ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਇਮਾਮੀ ਦਾ ਨਾਮ ਕਿਨੇ ਨਹੀਂ ਸੁਣਿਆ। ਜਿੱਥੇ ਔਰਤਾਂ ਦੀ ਖੂਬਸੂਰਤੀ ਦੀ ਗੱਲ ਆਉਂਦੀ ਹੈ, ਉੱਥੇ ਇਮਾਮੀ ਦੀ ਗੱਲ ਆਉਂਦੀ ਹੈ। ਜੇ ਝੰਡੂ ਦੀ ਗੱਲ ਕਰੀਏ, ਜਿਹੜੀ ਕੰਪਨੀ ਝੰਡੂ ਹੈਗੀ ਹੈ, ਉਹ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਉਹ ਬਣਾਉਂਦੀ ਹੈ। ਜੇ ਅਸੀਂ ਕੇਸ਼ ਕਿੰਗ ਦੀ ਗੱਲ ਕਰੀਏ, ਤੇ ਜੇ ਵਾਲ ਲੰਬੇ ਤੇ ਸੋਹਣੇ ਬਣਾਉਣੇ ਹੋਣ ਤਾਂ ਕੇਸ਼ ਕਿੰਗ ਵੀ ਆਪਣੇ ਆਪ ਦੇ ਵਿੱਚ ਇੱਕ ਨਾਮ ਉੱਭਰ ਕੇ ਆਉਂਦਾ। ਟੀਵੀ ਸਕਰੀਨਸ ਤੇ ਤੁਸੀਂ ਹਮੇਸ਼ਾ ਇਹਨਾਂ ਤਿੰਨੋਂ ਕੰਪਨੀਆਂ ਨੂੰ ਦੇਖਦੇ ਹੋ। ਅੱਜ ਅਤੇ ਪੰਚਕੂਲਾ ਦੇ ਵਿੱਚ ਇੱਕ ਕਾਨਫਰੰਸ ਸੀਗੀ ਬਹੁਤ ਵੱਡੀ, ਆਯੁਰਵੈਦਿਕ ਦੇ ਬਹੁਤ ਡਿਫਰੈਂਟ ਤਰੀਕੇ ਦੇ ਲੋਕ ਉੱਥੇ ਆਏ ਹੋਏ ਸੀ, ਬਹੁਤ ਵੱਡਾ ਜਮਾਵੜਾ ਸੀਗਾ। ਪਰ ਉਹਦੇ ਵਿੱਚੋਂ ਅੱਜ ਅਸੀਂ ਇੱਕ ਬਹੁਤ ਹੀ ਵੱਡੀ ਸ਼ਖਸੀਅਤ ਨੂੰ ਉਠਾ ਕੇ ਲੈ ਕੇ ਆਏ ਹਾਂ ਔਰ ਕਿਹਾ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ। ਸਾਡੇ ਨਾਲ ਅੱਜ ਅਜੀਤਪਾਲ ਸਿੰਘ ਜੀ ਨੇ, ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਨੇ ਤੇ ਨਾਲੇ ਬਿਜ਼ਨਸ ਹੈਡ ਨੇ, ਔਰ ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਬੜੀ ਹੀ ਇੰਪੋਰਟੈਂਟ ਗੱਲਬਾਤ ਹੋਣ ਵਾਲੀ ਹੈ, ਕਿਉਂਕਿ ਖਾਸ ਤੌਰ ਤੇ ਜਿੱਥੇ ਤੱਕ ਇਮਾਮੀ ਦੀ ਗੱਲ ਕਰੀਏ, ਉਹ ਆਪਣੇ ਆਪ ਨੂੰ ਕਾਫੀ ਜ਼ਿਆਦਾ ਵਿੰਗਸ ਆਪਣੇ ਸਪਰੈਡ ਕਰ ਰਹੀ ਹੈ, ਜਿਹਨੂੰ ਕਹਿ ਸਕਦੇ ਹਾਂ ਕਿ ਆਪਣੇ ਖੰਭ ਖੋਲ ਰਹੀ ਹੈ। ਔਰ ਖਾਸ ਕਰਕੇ ਆਯੁਰਵੈਦਿਕ ਦੇ ਵਿੱਚ ਉਹ ਇੱਕ ਨਵਾਂ ਕਨਸੈਪਟ ਲੈ ਕੇ ਆਏ ਨੇ ਹੈਲਥ ਕੇਅਰ ਸਿਸਟਮ ਦਾ। ਉਹਦੇ ਵਿੱਚ ਦਵਾਈਆਂ ਜਿਹੜੀਆਂ ਨੇ ਉਹ ਤੁਹਾਨੂੰ ਮਿਲਣਗੀਆਂ, ਹੁਣ ਅਵੇਲੇਬਲ ਹੋਣਗੀਆਂ ਇਮਾਮੀ ਤੋਂ। ਔਰ ਕਿਵੇਂ ਹੋਣਗੀਆਂ, ਕਿਉਂਕਿ ਅਸੀਂ ਤਾਂ ਗੋਰਾਪਨ ਔਰ ਬਾਹਰ ਦੀ ਐਪਲੀਕੇਸ਼ਨਸ ਦੀ ਬੋਰੋਪਲਸ ਦੀ ਗੱਲ ਕਰਦੇ ਸੀਗੇ, ਹੁਣ ਉਹ ਕਿਵੇਂ ਹੋਏਗਾ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਬੇਟਾ ਜੀ। ਤੁਹਾਨੂੰ ਅਸੀਂ ਉਠਾ ਕੇ ਲਏ। ਮਾਈ ਪਲੇਜ਼ਰ। ਯਾ ਸਰ, ਬੜਾ ਨਵਾਂ ਜਿਹਾ ਕਨਸੈਪਟ ਹੈ ਸਰ, ਜਿੱਥੋਂ ਤੱਕ ਅਸੀਂ ਗੱਲ ਕਰੀਏ, ਕਿਉਂਕਿ ਝੰਡੂ ਤਾਂ ਆਲਰੇਡੀ ਆਯੁਰਵੈਦਿਕ ਕਾਫੀ ਸਾਰੀਆਂ ਦਵਾਈਆਂ ਬਣਾਉਂਦਾ ਹੈ, ਡਿਫਰੈਂਟ ਟੇਬਲੇਟਸ ਨੇ, ਸਿਰਪਸ ਨੇ, ਸਭ ਕੁਛ ਹੈਗਾ। ਕੇਸ਼ ਕਿੰਗ ਜਿਹੜਾ ਹੈਗਾ ਉਹ ਜ਼ਿਆਦਾਤਰ ਜਿਹੜਾ ਉਹ ਬਾਲਾਂ ਲਈ ਜਾਣਿਆ ਜਾ ਰਿਹਾ ਹੈ, ਖਾਸ ਕਰਕੇ ਲੰਬੇ ਘਨੇ ਬਾਲ। ਅਤੇ ਹੁਣ ਉਹ ਸਾਰੀ ਕੰਪਨੀਆਂ ਤੁਹਾਡੇ ਸੁਪਰਵਿਜ਼ਨ 'ਚ ਹੈਗੀਆਂ ਨੇ, ਅਤੇ ਉਹਦੇ ਵਿੱਚ ਜੇ ਦੇਖਿਆ ਜਾਏ ਤਾਂ ਇਮਾਮੀ ਜਿਹੜਾ ਲੈ ਕੇ ਆ ਰਹੀ ਹੈ ਹੈਲਥ ਕੇਅਰ ਦਾ ਕਨਸੈਪਟ, ਉਹਦੇ ਵਿੱਚ ਕਿਸ ਤਰੀਕੇ ਨਾਲ ਐਕਸਪੈਂਸ਼ਨ ਪਲਾਨ ਹੈਗੇ ਤੁਹਾਡਾ? ਬਿੰਦੂ ਜੀ, ਇਮਾਮੀ ਬੇਸਿਕਲੀ FMCG ਕੰਪਨੀ ਹੈਗੀ ਹੈ। ਹੋਰ ਇਹਦੇ ਜਿੰਨੇ ਵੀ FMCG ਪ੍ਰੋਡਕਟਸ ਹੈਗੇ, ਅਗਰ ਤੁਸੀਂ ਉਹਨਾਂ ਨੂੰ ਦੇਖੋਗੇ ਤੇ ਮੋਸਟਲੀ ਜਿਹੜੇ ਪ੍ਰੋਡਕਟਸ ਹੈਗੇ ਆਯੁਰਵੇਦਾ ਬੇਸਡ ਹੈਗੇ ਜੀ। ਕੰਪਨੀ ਨੇ ਝੰਡੂ ਫਾਰਮਾਸਿਊਟੀਕਲ ਨੂੰ ਐਕਵਾਇਰ ਕੀਤਾ ਸੀ। ਝੰਡੂ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ, ਇਹ ਤਕਰੀਬਨ 110 ਸਾਲ ਪੁਰਾਣੀ ਕੰਪਨੀ ਹੈਗੀ ਹੈ ਔਰ ਇਟਸ ਅ ਲੈਗੇਸੀ ਆਰਗੇਨਾਈਜੇਸ਼ਨ। ਇਹਦੇ ਪ੍ਰੋਡਕਟਸ ਬਹੁਤ ਪਪੂਲਰ ਹੈਗੇ, ਮੈਡੀਸਿਨਸ ਸਪੈਸ਼ਲੀ ਜੀ। ਤੇ ਹੁਣ ਇਮਾਮੀ ਦੇ ਅੰਦਰ ਇੱਕ ਪੂਰਾ ਵਰਟੀਕਲ ਹੈ ਜਿਹਨੂੰ ਹੈਲਥ ਕੇਅਰ ਵਰਟੀਕਲ ਕਹਿੰਦੇ ਆ ਜੀ। ਉਹਦੇ ਅੰਦਰ ਮੈਡੀਕੋ ਵਰਟੀਕਲ ਹੈ, ਜਿਸ ਦੇ ਅੰਦਰ ਆਯੁਰਵੈਦਿਕ ਮੈਡੀਸਿਨਸ ਆਉਂਦੀਆਂ ਨੇ ਜੀ। ਤੇ ਉਸ ਮੈਡੀਸਿਨ ਦਾ ਜਿਹੜਾ ਹੈਗਾ ਉਹ ਆਯੁਰਵੈਦਿਕ ਮੈਡੀਸਿਨ ਅਸੀਂ ਕਿਸ ਤਰ੍ਹਾਂ ਇੱਕ ਜ਼ਿਆਦਾ ਤੋਂ ਜ਼ਿਆਦਾ ਪੇਸ਼ੈਂਟਸ ਤਾਈਂ ਲੈ ਕੇ ਜਾਈਏ, ਜਿਸ ਦਾ ਫਾਇਦਾ ਲੋਕਾਂ ਨੂੰ ਮਿਲੇ, ਉਸੇ ਦਾ ਇੱਕ ਪ੍ਰਯਾਸ ਹੈ ਜੀ। ਸਰ, ਜਿੱਥੋਂ ਤੱਕ ਗੱਲ ਕਰੀਏ ਨਾ ਜੀ, ਇੱਕ ਡਾਇਗਨੋਸ ਬਹੁਤ ਵੱਡੀ ਗੱਲ ਹੁੰਦੀ ਹੈ। ਡਾਇਗਨੋਸਿਸ ਕਿਵੇਂ ਕਰਨਾ ਹੈ, ਕੋਈ ਵੀ ਬਿਮਾਰੀ ਜਿਸ ਤਰ੍ਹਾਂ ਕਿਸੇ ਨੂੰ ਕੁਝ ਹੋ ਜਾਂਦਾ ਹੈ ਤਾਂ ਪਹਿਲੀ ਤਾਂ ਇਹੀ ਗੱਲ ਹੁੰਦੀ ਹੈ ਵੀ ਜੇ ਮੈਨੂੰ ਖੰਘ ਹੈਗੀ ਹੈ, ਸਿੰਪਲ ਖੰਘ ਨਹੀਂ ਹੈਗੀ, ਖਾਂਸੀ ਜਿਹਨੂੰ ਆਪਾਂ ਕਹਿੰਦੇ ਹਾਂ, ਜਾਂ ਬੁਖਾਰ ਹੈਗਾ, ਉਹ ਸਿੰਪਲ ਫੀਵਰ, ਸਿੰਪਲ ਖਾਂਸੀ ਹੈਗੀ ਹੈ ਕਿ ਅਦਰਕ ਦੇ ਨਾਲ, ਸ਼ਹਿਦ ਦੇ ਨਾਲ ਠੀਕ ਹੋਣ ਵਾਲਾ ਹੈ, ਕਿ ਉਹ ਅੱਗੇ ਹੋ ਕੇ ਕੁਝ ਕਾਲੀ ਖਾਂਸੀ, ਕੋਈ ਫੀਵਰ ਜਿਹੜਾ ਹੈਗਾ ਉਹ ਪੀਲੀਆ, ਜਾਂ ਕਿਸੇ ਹੋਰ 'ਚ ਮਲੇਰੀਆ, ਜਾਂ ਹੁਣ ਤਾਂ ਬਹੁਤ ਵੱਡੇ ਕਰੋਨਾ ਤੱਕ ਚੱਲ ਕੇ ਆ ਗਏ ਨੇ ਡਿਫਰੈਂਟ ਟਾਈਪ ਦੇ ਫੀਵਰਸ ਦੇ ਜਿਹੜੇ ਨੇ। ਕਲੇਮਸ ਬਹੁਤ ਹੁੰਦੇ ਨੇ ਡਿਫਰੈਂਟ ਡਾਇਗਨੋਸਟਿਕ ਸੈਂਟਰਸ ਵੱਲੋਂ ਵੀ, ਔਰ ਡਾਇਗਨੋਸ ਕੀਤੇ ਜਾਂਦੇ ਨੇ। ਆਹ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ। ਇਹਦੇ 'ਤੇ ਕਿਵੇਂ ਕੰਮ ਕੀਤਾ ਜਾਏਗਾ? ਬਿੰਦੂ ਜੀ, ਡਾਇਗਨੋਸਿਸ ਜਿਹੜਾ ਹੈਗਾ ਆਯੁਰਵੇਦ ਦੇ ਅੰਦਰ, ਡਾਇਗਨੋਸਿਸ ਦੀ ਜੋ ਪੱਧਤੀ ਹੈ ਜਾਂ ਐਪਰੋਚ ਹੈ ਉਹ ਅਲੱਗ ਹੈ, ਔਰ ਜਿਹੜਾ ਮਾਡਰਨ ਤੁਹਾਡਾ ਸਾਇੰਸ ਹੈਗਾ ਐਲੋਪੈਥ ਸਿਸਟਮ ਔਰ ਐਲੋਪੈਥੀ ਸਿਸਟਮ ਹੈ, ਉਸ 'ਚ ਅਲੱਗ ਹੈ। ਆਯੁਰਵੇਦ ਦੇ ਅੰਦਰ ਬੰਦੇ ਦੀ ਪ੍ਰਕਿਰਤੀ ਨੂੰ ਦੇਖਿਆ ਜਾਂਦਾ ਹੈ, ਵਾਤ, ਪਿੱਤ, ਕਫ ਜੀ। ਉਹ ਕਿਸ ਜੀਓਗ੍ਰਾਫੀ 'ਚ ਰਹਿੰਦਾ ਹੈ, ਉਹਦਾ ਖਾਣ ਪੀਣ ਕਿਸ ਤਰੀਕੇ ਦਾ ਹੈ, ਉਹਦੀ ਏਜ ਕੀ ਹੈ, ਉਹਦੀ ਨਾੜੀ ਕਿਸ ਤਰ੍ਹਾਂ ਚੱਲਦੀ ਹੈ, ਹੋਰ ਵੀ ਕਈ ਵੱਖ ਉਹਦੇ ਪੈਰਾਮੀਟਰਸ ਹੁੰਦੇ ਨੇ। ਜਦ ਕਿ ਅਸੀਂ ਮਾਡਰਨ ਸਾਇੰਸ ਜਾਂ ਐਲੋਪੈਥੀ ਦੀ ਗੱਲ ਕਰੀਏ ਤੇ ਉੱਥੇ ਡਾਇਗਨੋਸਿਸ ਜਿਹੜਾ ਹੈਗਾ ਉਹ ਅਲੱਗ ਤਰੀਕੇ ਨਾਲ ਹੁੰਦਾ ਹੈ ਜੀ। ਭਾਵੇਂ ਕਿਸੇ ਵੀ ਪ੍ਰਕਾਰ ਦਾ ਡਾਇਗਨੋਸਿਸ ਹੋਵੇ, ਚਾਹੇ ਪੇਸ਼ੈਂਟ ਡਿਸਾਈਡ ਕਰੇ ਕਿ ਮੈਂ ਆਯੁਰਵੈਦਿਕ ਦਵਾ ਲੈਣੀ ਹੈ ਜਾਂ ਮੈਂ ਐਲੋਪੈਥ ਦਵਾ ਲੈਣੀ ਹੈ, ਬੇਸਿਕਲੀ ਇੱਕ ਪੇਸ਼ੈਂਟ ਦਾ ਰਾਈਟ ਹੈ ਕਿ ਉਹਨੂੰ ਡਾਇਗਨੋਸਿਸ ਕਰੈਕਟ ਹੋਣਾ ਚਾਹੀਦਾ ਹੈ ਜੀ। ਇਸ ਡਾਇਗਨੋਸਿਸ ਦੇ ਅੰਦਰ ਅੱਜ ਕੱਲ੍ਹ ਜਿਹੜਾ ਡਿਵੈਲਪਮੈਂਟ ਹੋ ਰਿਹਾ ਹੈ ਜਾਂ ਇਨੋਵੇਸ਼ਨ ਹੋ ਰਿਹਾ ਹੈ, ਉਹ AI ਬੇਸਡ ਵੀ ਹੋ ਰਿਹਾ ਹੈਗਾ। ਬਹੁਤ ਮਾਡਰਨ ਇਕਵਿਪਮੈਂਟਸ ਵੀ ਆ ਰਹੇ ਨੇ, ਬਹੁਤ ਐਕਿਊਰੇਟ ਡਾਇਗਨੋਸਿਸ ਹੁੰਦਾ ਹੈ। ਹੋਰ
ਪੇਸ਼ੈਂਟਸ ਨੂੰ ਇਹ ਪਤਾ ਹੁੰਦਾ ਹੈ ਜਦੋਂ ਡਾਕਟਰ ਕੋਈ ਵੀ ਟੈਸਟ ਰეკਮੈਂਡ ਕਰਦੇ ਨੇ ਜੀ, ਤੇ ਪੇਸ਼ੈਂਟ ਨੂੰ ਪਤਾ ਹੁੰਦਾ ਹੈ ਕਿ ਉਹਦੀ ਰਿਪੋਰਟ ਕਿੰਨੇ ਟਾਈਮ 'ਚ ਆਏਗੀ। ਹੋਰ ਉਹ ਰਿਪੋਰਟ ਉਹਨੂੰ ਆਨਲਾਈਨ ਵੀ ਅਵੇਲੇਬਲ ਹੋ ਜਾਂਦੀ ਹੈ, ਹਾਰਡ ਕਾਪੀ ਵੀ ਅਵੇਲੇਬਲ ਹੁੰਦੀ ਹੈ। ਡਾਇਗਨੋਸਿਸ ਦੀ ਇੰਪੋਰਟੈਂਸ ਇਸ ਕਰਕੇ बहुत ज़्यादा है जी, क्योंकि डायग्नोसिस तो बाद ही ट्रीटमेंट किस प्रकार चलना है हाँ जी, और कितने ड्यूरेशन तक चलना है वो डॉक्टर डिसाइड कर देने। तो डायग्नोसिस सही होना बहुत ज़रूरी है। और इस दे अंदर डॉक्टर दी अपनी जिहड़ी योग्यता है वो बहुत वड्डा रोल प्ले करती है। तो बिना डायग्नोसिस दे जब तक ये ना पता पवे कि बंदे नूं बीमारी की है ਉਹਦਾ ਟ੍ਰੀਟਮੈਂਟ ਨਹੀਂ ਹੋ ਸਕਦਾ ਜੀ। ਤੇ ਉਹਦੇ ਅੰਦਰ ਅੱਜ ਕੱਲ੍ਹ ਨਵੇਂ ਪ੍ਰੋਟੋਕੋਲਸ ਆਏ ਨੇ, ਨਵੇਂ ਟੈਸਟ ਸਿਸਟਮ ਆਏ ਨੇ, ਬਹੁਤ ਸਾਰੀ ਲੈਬੋਰੇਟਰੀਜ਼ ਜਿਹੜੀਆਂ ਹੈਗੀਆਂ ਨੇ ਉਹ ਇਸ 'ਚ ਐਂਟਰ ਕਰ ਰਹੀਆਂ ਨੇ, ਵੱਡੀਆਂ ਚੇਨਸ ਨੇ, ਹਸਪੀਟਲਸ ਨੇ, ਤੇ ਉਸ ਕਰਕੇ ਇਹ ਕਾਫੀ ਸੌਖਾ ਹੋ ਗਿਆ ਹੈ। ਜੀ ਬਿਲਕੁਲ ਠੀਕ ਹੈ ਜੀ, ਤੁਸੀਂ ਜਿਸ ਤਰੀਕੇ ਨਾਲ ਦੱਸ ਰਹੇ ਹੋ, ਪਰ ਫਿਰ ਡਾਕਟਰਸ ਦੀ ਜਿਹੜੀ ਗੱਲ ਆਉਂਦੀ ਹੈ ਮੀਨਸ ਇਹ ਕਿਵੇਂ ਵਰਕ ਕਰੇਗਾ ਕਿ ਸਿਰਫ ਦਵਾਈਆਂ ਹੀ ਹੋਣਗੀਆਂ ਜਾਂ ਡਾਕਟਰਸ ਦੀ ਡਿਪਲੋਇਮੈਂਟ ਵੀ ਹੋਏਗੀ? ਜਿੱਦਾਂ ਲੈਬਸ ਦੀ ਤੁਸੀਂ ਗੱਲ ਕਰ ਰਹੇ ਹੋ ਉੱਦਾਂ ਦਾ ਵੀ ਕੁਝ ਸਟਰਕਚਰ ਹੋਏਗਾ? ਫਿਰ ਖਾਸ ਕਰਕੇ ਜੇ ਗੱਲ ਕਰੀਏ ਆਯੁਰਵੈਦਿਕ ਦੀ ਜਾਂ ਐਗਜ਼ੈਕਟਲੀ ਆਯੁਰਵੈਦਿਕ ਦੀ ਨਾ ਕਰੀਏ, ਕੋਈ ਨੁਸਖੇ ਜਿਵੇਂ ਘਰ ਦੇ ਵਿੱਚ ਆਪਾਂ ਆਮ ਤੌਰ 'ਤੇ ਕੁਝ ਵੀ ਆਪਾਂ ਨੂੰ ਕੋਈ ਪ੍ਰੋਬਲਮ ਹੋ ਜਾਂਦੀ ਹੈ ਤੇ ਦਾਦੀ ਨਾਨੀ ਦੇ ਨੁਸਖੇ ਜਿਹੜੇ ਨੇ ਉੱਥੋਂ ਹੀ ਆਯੁਰਵੈਦ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਆਯੁਰਵੈਦਿਕ ਦੇ ਵਿੱਚ ਵੀ ਯੂਜ਼ ਕੀਤੀਆਂ ਜਾਂਦੀਆਂ। ਆਂਵਲਾ ਹੋ ਗਿਆ, ਕਈ ਹੋਰ ਅਜਵਾਇਨਾਂ ਦੇ ਸੱਤ ਹੋ ਗਏ, ਕੋਈ ਹੋਰ ਸੱਤ ਹੋ ਗਏ। ਉਹਦੇ ਵਿੱਚ ਜਿਹੜਾ ਇੱਕ ਸਾਇੰਟੀਫਿਕ ਜਿਹੜਾ ਉਹਨਾਂ ਦੀ ਰੈਲੇਵੈਂਸ ਕਿੰਨੀ ਕੁ ਹੈ? ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਨੀਮ ਹਕੀਮ ਖਤਰਾਏ ਜਾਮ, ਤੇ ਉਹਦੇ ਖਤਰਾਏ ਜਾਨ ਵਾਲਾ ਜਿਹੜਾ ਗੱਲ ਹੈਗੀ ਹੈ ਉਸ ਤੋਂ ਕਿਵੇਂ ਆਪਣੇ ਆਪ ਨੂੰ ਵੱਖ ਕਰ ਸਕੇਗੀ ਜਿਹੜੀ ਸਾਰੀ ਤੁਹਾਡੀ ਨਵੀਂ ਪੱਧਤੀ ਲੈ ਕੇ ਆ ਰਹੇ ਹੋ ਤੁਸੀਂ? ਜਿੱਥੋਂ ਤਾਈਂ ਆਯੁਰਵੈਦਿਕ ਦੀ ਗੱਲ ਕਰੀਏ ਅਸੀਂ, ਪੁਰਾਣੇ ਜ਼ਮਾਨੇ ਵਿੱਚ ਆਯੁਰਵੈਦਿਕ ਜਾਂ ਆਯੁਰਵੇਦਾ ਜਿਹਨੂੰ ਕਵੀ ਅਸੀਂ ਆ ਜੀਵਨ ਪੱਧਤੀ ਦਾ ਇੱਕ ਹਿੱਸਾ ਹੁੰਦਾ ਸੀਗਾ ਜੀ, ਤੁਹਾਡੀ ਦੈਨਿਕ ਦਿਨਚਰਿਆ ਦਾ ਹਿੱਸਾ ਹੁੰਦਾ ਸੀਗਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੇ ਵਡੇਰੇ ਉਹਨਾਂ ਦਾ ਇੱਕ ਖਾਣ ਦਾ ਸਮਾਂ ਹੁੰਦਾ ਸੀਗਾ, ਉਹ ਸਹੀ ਸਮੇਂ 'ਤੇ ਭੋਜਨ ਕਰਦੇ ਹਨ। ਉਹਨਾਂ ਨੂੰ ਪਤਾ ਸੀਗਾ ਕਿ ਕੀ ਖਾਣਾ ਹੈ, ਕੀ ਨਹੀਂ ਖਾਣਾ ਹੈ, ਕਿੰਨੀ ਐਕਸਰਸਾਈਜ਼ ਕਰਨੀ ਹੈ। ਲੇਕਿਨ ਜਿਸ ਤਰ੍ਹਾਂ ਸਾਡਾ ਲਾਈਫ ਸਟਾਈਲ ਚੇਂਜ ਹੋਇਆ ਹੈ ਜੀ, ਸਾਡਾ ਖਾਣਾ ਪੀਣਾ ਵੀ ਚੇਂਜ ਹੋਇਆ ਹੈ। ਹੋਰ ਇਸ ਕਰਕੇ ਜੋ ਸਾਡੇ ਵਡੇਰਿਆਂ ਨੇ ਸਾਨੂੰ, ਜਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਸਾਡੀ ਮਾਵਾਂ ਔਰ ਦਾਦੀਆਂ ਜਿਹੜਾ ਸੀਗਾ ਉਹ ਘਰ ਦੇ ਅੰਦਰ ਜਿਹੜੀ ਕਾਮਨਲੀ ਯੂਜ਼ਡ ਅਵੇਲੇਬਲ ਜਾਂ ਸਪਾਈਸਿਸ ਹੁੰਦੇ ਸੀਗੇ, ਹਰਬਸ ਹੁੰਦੇ ਸੀਗੇ, ਉਹਨਾਂ ਨੂੰ ਐਜ਼ ਮੈਡੀਸਿਨ ਯੂਜ਼ ਕਰਦੇ ਸੀ। ਤੇ ਸਾਡੇ ਮਸਾਲੇ, ਇੱਥੋਂ ਤੱਕ ਕਿ ਆਯੁਰਵੇਦ 'ਚ ਜੋ ਖਾਣਾ ਹੈ ਉਹ ਵੀ ਆਪਣੇ ਆਪ 'ਚ ਦਵਾ ਦਾ ਕੰਮ ਕਰਦਾ ਹੈ ਜੇ ਅਗਰ ਸਹੀ ਤਰੀਕੇ ਨਾਲ ਉਹਨੂੰ ਯੂਜ਼ ਕੀਤਾ ਜਾਵੇ ਤਾਂ। ਤੇ ਮੈਂ ਸਾਡੀ ਕੰਪਨੀ ਦੀ ਅਸੀਂ ਜਦ ਤੇ ਗੱਲ ਕਰੀਏ, ਅੱਜ ਦੇ ਜ਼ਮਾਨੇ ਵਿੱਚ ਜਦੋਂ ਅਸੀਂ ਦਵਾ ਦੀ ਗੱਲ ਕਰਨੇ ਆ ਤੇ ਕੋਈ ਵੀ ਮੈਡੀਸਿਨ ਉਹ ਸਟੈਂਡਰਡਾਈਜੇਸ਼ਨ ਹੋਣਾ ਚਾਹੀਦਾ ਉਸ ਦੇ ਅੰਦਰ। ਦੂਸਰਾ, ਉਹਦਾ ਮੈਡੀਸਿਨ ਸ਼ੁੱਡ ਬੀ ਐਵੀਡੈਂਸ ਬੇਸਡ ਜੀ, ਉਹਦੇ ਕਲੀਨਿਕਲ ਟ੍ਰਾਇਲਸ ਹੋਣੇ ਚਾਹੀਦੇ ਨੇ ਜੀ। ਉਹਦਾ ਜਿਹੜਾ ਪ੍ਰੋਡਕਸ਼ਨ ਹੈ ਉਹ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸਿਸ ਨੂੰ ਧਿਆਨ 'ਚ ਰੱਖ ਕੇ ਫਿਰ ਉਹਦਾ ਹੋਣਾ ਚਾਹੀਦਾ ਹੈ। ਉਹਦੇ ਕੁਆਲਿਟੀ ਪੈਰਾਮੀਟਰਸ ਜਿਹੜੇ ਕਿ ਜਦੋਂ ਅਸੀਂ ਆਯੁਰਵੈਦਿਕ ਦਵਾ ਦੀ ਗੱਲ ਕਰਦੇ ਹਾਂ ਤੇ ਉਹ ਜਿਸ ਤਰ੍ਹਾਂ ਸਾਡੇ ਆਯੁਰਵੈਦਿਕ ਟੈਕਸਟ ਬੁੱਕਸ 'ਚ ਰੈਫਰ ਕੀਤਾ ਹੋਇਆ ਹੈ, ਉਹਦੇ ਨਾਲ ਕਿਉਂਕਿ ਹੁਣ ਸਮਾਂ ਬਦਲਦਾ ਪਿਆ ਹੈ ਤੇ ਗਵਰਨਮੈਂਟ ਨੇ, ਆਯੁਸ਼ ਮਿਨਿਸਟਰ ਨੇ ਦੂਜੇ ਆਪਣੇ ਪੈਰਾਮੀਟਰਸ ਦਿੱਤੇ ਨੇ ਤੇ ਉਹਨਾਂ ਪੈਰਾਮੀਟਰਸ 'ਤੇ ਉਹ ਖਰੀ ਉਤਰਨੀ ਚਾਹੀਦੀ ਹੈ। ਤੇ ਉਹਦੇ ਵਾਸਤੇ ਜਿਹੜਾ ਹੈ ਉਹ ਜੋ ਵੀ ਕੰਪਨੀਜ਼ ਨੇ ਜੋ ਆਯੁਰਵੈਦਿਕ ਮੈਡੀਸਿਨ ਬਣਾਉਂਦੀਆਂ ਨੇ ਉਹਨਾਂ ਦੀ ਤਰਫੋਂ ਇੱਕ ਕਮਿਟਮੈਂਟ ਹੋਣਾ ਚਾਹੀਦਾ ਹੈ ਕਿ ਉਹ ਸਾਰੀਆਂ ਦਵਾਵਾਂ, ਉਹਨਾਂ ਦੀ ਕੁਆਲਿਟੀ ਹੋਰ ਉਹਨਾਂ ਦੀ ਸੇਫਟੀ ਔਰ ਐਫੀਕੇਸੀ ਜਿਹੜੀ ਹੈ ਉਹ ਇਸ ਸਾਰੇ ਪੈਰਾਮੀਟਰ 'ਤੇ ਖਰੀਆਂ ਉਤਰਨ। ਤੇ ਕੋਈ ਵੀ ਦਵਾ, ਬੇਸ਼ੱਕ ਉਹ ਆਯੁਰਵੈਦਿਕ ਹੈ ਜਾਂ ਐਲੋਪੈਥੀ ਹੈ, ਦਵਾ ਹੁੰਦੀ ਹੈ। ਤੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਇਹ ਗੱਲ ਵੀ ਸਾਂਝੀ ਕਰਨਾ ਚਾਹੁੰਦਾ ਕਿ ਇਹ ਬਹੁਤ ਇੱਕ ਮਿਸਕਨਸੈਪਸ਼ਨ ਹੈਗਾ ਕਿ ਆਯੁਰਵੈਦਿਕ ਦਵਾ ਚਲੋ ਫਾਇਦਾ ਨਹੀਂ ਕਰੇਗੀ ਤੇ ਨੁਕਸਾਨ ਵੀ ਨਹੀਂ ਕਰੇਗੀ ਜੀ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਸਭ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਚਾਹੇ ਤੁਸੀਂ ਆਯੁਰਵੈਦਿਕ ਦਵਾ ਲਓ ਜਾਂ ਕੋਈ ਹੋਰ ਦਵਾ ਲਓ, ਬਿਨਾਂ ਡਾਕਟਰ ਦੇ ਕੰਸਲਟੇਸ਼ਨ ਤੋਂ ਜਾਂ ਉਹਨਾਂ ਦੇ ਸੁਪਰਵਿਜ਼ਨ ਤੋਂ ਨਾ ਲਓ, ਕਿਉਂਕਿ ਦਵਾ
ਦਵਾ ਹੁੰਦੀ ਹੈ ਔਰ ਉਹ ਤੁਸੀਂ ਡਾਕਟਰ ਕੋਲੋਂ ਆਪਣਾ ਕੰਸਲਟੇਸ਼ਨ ਕਰਕੇ ਹੀ ਲਓ। ਅੱਜ ਕੱਲ੍ਹ ਆਯੁਰਵੇਦ ਦੇ ਅੰਦਰ ਵੀ ਦੋ ਤਰੀਕੇ ਦੀ ਦਵਾ ਆਉਂਦੀਆਂ ਨੇ। ਇੱਕ ਹੁੰਦੀ ਹੈ ਕਲਾਸੀਕਲ, ਜੋ ਕਿ ਬਹੁਤ ਪੁਰਾਣੇ ਸਮੇਂ ਤੋਂ ਚਲਦੀ ਆ ਰਹੀਆਂ ਨੇ, ਜਿਨ੍ਹਾਂ ਵਿੱਚ ਤੁਹਾਡੀ ਚੂਰਨ ਹੁੰਦੀ ਹੈ, ਕੋਈ ਵੱਟੀ ਕੁੱਟੀ ਐਸਾ ਵਰਿਸ਼ਤਾ ਹੁੰਦੇ ਨੇ। ਦੂਜਾ ਅੱਜ ਕੱਲ੍ਹ ਪੇਟੈਂਟਡ ਜਾਂ ਐਥੀਕਲ ਪ੍ਰੋਡਕਟਸ ਵੀ ਆ ਰਹੇ ਨੇ, ਜਿਹਦੇ ਅੰਦਰ ਪੋਲੀ ਹਰਬਲ ਫਾਰਮੂਲੇਸ਼ਨ ਹੁੰਦੇ ਨੇ। ਉਹ ਜਿਹੜੇ ਪ੍ਰੋਡਕਟਸ ਹੁੰਦੇ ਨੇ, ਉਹ ਜਿਹੜੀ ਦਵਾਵਾਂ ਹੁੰਦੀਆਂ ਨੇ, ਉਹ ਬਹੁਤ ਜ਼ਿਆਦਾ ਟਾਰਗੇਟਡ ਹੁੰਦੀਆਂ ਨੇ, ਬਹੁਤ ਜ਼ਿਆਦਾ ਪੋਟੈਂਟ ਹੁੰਦੀਆਂ ਨੇ, ਉਹਨਾਂ ਦੀ ਐਫੀਕੇਸੀ ਜ਼ਿਆਦਾ ਹੁੰਦੀ ਹੈ। ਤੇ therefore it is important that people should understand that they are consuming medicine and medicine without doctor's prescription or consultation should not be taken। ਥੋੜਾ ਜਿਹਾ ਹਜ਼ਾਰਾਂ ਸਾਲ ਪਿੱਛੇ ਚੱਲਦੇ ਹਾਂ ਆਪਾਂ। ਜੇ ਆਪਾਂ ਆਯੁਰਵੇਦ ਦੀ ਗੱਲ ਕਰੀਏ ਤੇ ਉਹਦੇ ਗ੍ਰੰਥ ਨੇ ਆਪਣੇ ਆਪ ਦੇ ਵਿੱਚ। ਧਨਵੰਤਰੀ ਇੱਕ ਨਾਮ ਬਹੁਤ ਜ਼ਿਆਦਾ ਪ੍ਰੋਮੀਨੈਂਟ ਹੈ ਜੀ। ਧਨਵੰਤਰੀ ਮੀਨਸ ਕਿ ਆਯੁਰਵੇਦ ਦੇ ਫਾਦਰ ਮੰਨੇ ਜਾਂਦੇ ਨੇ ਤੇ ਰਿਸ਼ੀ ਧਨਵੰਤਰੀ। ਔਰ ਉਹਦੇ ਬਾਅਦ ਉਹਨਾਂ ਦੀਆਂ ਦਿੱਤੀਆਂ ਕਿਤਾਬਾਂ ਗ੍ਰੰਥ ਜਿਹੜੇ ਨੇ ਉਹਦੇ ਵਿੱਚ ਫਾਰਮੂਲੇਸ਼ਨ ਜਿਹੜੀ ਹੈ ਉਹ ਬਾਹਰ ਆਉਂਦੀ ਹੈ ਤੇ ਉਹਨੂੰ ਕਨਸੈਪਟ ਨੂੰ ਕਾਫੀ ਜਿਹੜੇ ਮਤਲਬ ਆਯੁਰਵੇਦ ਦੇ ਜਿਹੜੇ ਵੈਦ ਨੇ, ਹਕੀਮ ਨੇ ਜਾਂ ਕੋਈ ਕੰਪਨੀਜ਼ ਨੇ ਬਣਾ ਰਹੀਆਂ ਨੇ ਪ੍ਰੋਡਕਟਸ ਤੇ ਉਹ ਉਸ ਨੂੰ ਫੋਲੋ ਕਰਦੀਆਂ ਨੇ। ਕੁਝ ਐਸਾ ਵੀ ਕਨਸੈਪਟ ਹੈ ਤੁਹਾਡੇ ਹੈਲਥ ਕੇਅਰ ਜਾਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਸੀਗਾ ਕਿ ਉਹ ਸਾਰੇ ਦਵਾ ਜਾਂ ਫਾਰਮੂਲੇਸ਼ਨਸ ਜੋ ਕਿ ਗ੍ਰੰਥਾਂ ਦੇ ਅੰਦਰ ਵਰਣਿਤ ਨੇ ਜੀ, ਉਹਨਾਂ ਨੂੰ ਕਲਾਸੀਕਲ ਮੈਡੀਸਿਨ ਕਿਹਾ ਜਾਂਦਾ ਹੈ। ਬਿਲਕੁਲ, ਕਿਉਂਕਿ ਉਹਨਾਂ ਨੂੰ ਬਣਾਉਣ ਦਾ ਤਰੀਕਾ, ਉਹਦੇ ਅੰਦਰ ਕਿਸ ਤਰੀਕੇ ਦੀ ਜੜੀ ਬੂਟੀਆਂ ਪੈਣਗੀਆਂ, ਉਹਦੀ ਮਾਤਰਾ ਕਿਤਨੀ ਹੋਏਗੀ, ਉਸ ਨੂੰ ਕਿਸ ਬਿਮਾਰੀ ਵਾਸਤੇ ਯੂਜ਼ ਕਰਨਾ ਹੈ, ਹੋਰ ਉਹਦਾ ਅਨੁਪਾਨ ਕੀ ਹੋਏਗਾ, ਉਹ ਸਾਰਾ ਗ੍ਰੰਥਾਂ ਦੇ ਅੰਦਰ ਦਿੱਤਾ ਗਿਆ ਹੈ। ਤੇ ਹਜ਼ਾਰਾਂ ਸਾਲਾਂ ਤੋਂ ਸਾਡੇ ਇੱਥੇ ਜਿਹੜੇ ਵੈਦ ਹੈਗੇ, ਡਾਕਟਰਸ ਹੈਗੇ, ਉਹ ਖੁਦ ਆਪ ਵੀ ਬਣਾਉਂਦੇ ਨੇ। ਕਈ ਕੰਪਨੀਜ਼ ਹੈਗੀ ਜਿਹੜੀ ਟ੍ਰੈਡੀਸ਼ਨਲ ਤਰੀਕੇ ਨਾਲ ਉਹਨਾਂ ਨੂੰ ਬਣਾਉਂਦੀ ਰਹੇ ਜੀ। ਅਸੀਂ ਆਪ ਵੀ ਕਲਾਸੀਕਲ ਮੈਡੀਸਿਨ ਬਣਾਉਂਦੇ ਹਾਂ, ਲੇਕਿਨ ਅੱਜ ਦਾ ਟਾਈਮ ਜਿਹੜਾ ਹੈਗਾ ਉਹਦੇ ਅੰਦਰ ਪੇਸ਼ੈਂਟਸ ਜਿਹੜੇ ਹੈਗੇ, ਕਿਉਂਕਿ ਲਿਟਰੇਸੀ ਰੇਟ ਵੱਧ ਰਹੀ ਹੈ, ਐਜੂਕੇਸ਼ਨ ਲੈਵਲ ਵੱਧ ਰਿਹਾ ਹੈ, ਅਵੇਅਰਨੈਸ ਵੱਧ ਰਹੀ ਹੈ। ਅੱਜ ਤੁਸੀਂ ਕੋਈ ਵੀ ਚੀਜ਼ ਗੂਗਲ ਕਰਕੇ ਪਤਾ ਕਰ ਸਕਦੇ ਹੋ, ਪੂਰਾ ਨੌਲੇਜ ਤੁਹਾਡੀ ਹੱਥ 'ਚ ਹੈਗਾ। ਤੇ ਕਿਉਂਕਿ ਐਕਸੈਸ ਟੂ ਇਨਫੋਰਮੇਸ਼ਨ ਇਨਕਰੀਜ਼ ਹੋਇਆ ਹੈ, ਲੋਕਾਂ ਦੀ ਅਵੇਅਰਨੈਸ ਇੰਪਰੂਵ ਹੋਈ ਹੈ। ਹੋਰ ਇਹਦੇ ਇਲਾਵਾ ਹਰ ਪੇਸ਼ੈਂਟ ਦਾ ਰਾਈਟ ਵੀ ਹੈਗਾ ਜੀ ਕਿ ਉਹਨੂੰ ਇਹ ਪਤਾ ਰਵੇ ਕਿ ਉਹਨੂੰ ਕੋਈ ਵੀ ਦਵਾ ਜਿਹੜਾ ਉਹ ਕੰਜ਼ਿਊਮ ਕਰੇਗਾ ਜਾਂ ਲੈ ਰਿਹਾ ਹੈ, ਉਹਦੀ ਕੁਆਲਿਟੀ ਕੀ ਹੈ। ਪ੍ਰੋਬਲਮ ਆਯੁਰਵੇਦਾ ਦੇ ਅੰਦਰ ਜਿਹੜੀ ਅੱਜ ਦੇ ਤਰੀਕ 'ਚ ਅਸੀਂ ਫੇਸ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਐਲੋਪੈਥੀ ਵਿੱਚ ਇੱਕ ਫਿਕਸ ਸਟੈਂਡਰਡ ਹੈ ਜੀ, ਜੋ ਗਵਰਨਮੈਂਟ ਨੇ, DCGI ਨੇ ਪੈਰਾਮੀਟਰਸ ਦਿੱਤੇ ਨੇ, ਉਹਨਾਂ ਦੇ ਉੱਤੇ ਕੋਈ ਵੀ ਕੰਪਨੀ ਉਹਨਾਂ ਨੂੰ ਫਾਲਟਰ ਨਹੀਂ ਕਰ ਸਕਦੀ। ਚਾਹੇ ਫਾਰਮਸ ਜਿਹੜੇ ਜੋ ਕੁਆਲਿਟੀ ਪੈਰਾਮੀਟਰਸ ਹੈ ਮੈਨੂਫੈਕਚਰਿੰਗ ਦੇ ਨਾਰਮਸ ਨੇ ਜਿਹੜੇ, ਹਾਂ ਜੀ, ਤੇ ਉਹ ਕੋਈ ਵੀ ਕੰਪਨੀ, ਚਾਹੇ ਛੋਟੀ ਕੰਪਨੀ ਹੋਵੇ, ਚਾਹੇ ਨੈਸ਼ਨਲ ਲੈਵਲ ਦੀ ਕੰਪਨੀ ਹੋਵੇ, ਚਾਹੇ ਮਲਟੀਨੈਸ਼ਨਲ ਲੈਵਲ ਦੀ ਕੰਪਨੀ ਹੋਵੇ, ਕੋਈ ਵੀ ਉਸ ਨੂੰ ਜਿਹੜਾ ਹੈਗਾ ਉਹਦਾ ਵਾਇਲੇਸ਼ਨ ਨਹੀਂ ਕਰ ਸਕਦੀ। ਐਵਰੀ ਟਾਈਮ ਵੈਨ ਯੂ ਆਰ ਟੇਕਿੰਗ ਮੈਡੀਸਿਨ, ਰਿਜ਼ਲਟ ਸ਼ੁੱਡ ਬੀ ਰੀਪਰੋਡਿਊਸੇਬਲ। ਤੇ ਜਦੋਂ ਮੈਂ ਪੈਰਾਸੀਟਾਮੋਲ ਦੀ ਗੋਲੀ ਖਾ ਰਿਹਾ ਤੇ ਜਿਸ ਤਰ੍ਹਾਂ ਪੈਰਾਸੀਟਾਮੋਲ ਦੀ ਗੋਲੀ ਖਾਣ ਨਾਲ ਮੇਰਾ ਬੁਖਾਰ ਜਾਂ ਦਰਦ ਘੱਟ ਹੁੰਦਾ ਹੈ ਐਵਰੀ ਟਾਈਮ, ਇਸੇ ਪ੍ਰਕਾਰ ਮੈਂ ਅਗਰ ਕੋਈ ਆਯੁਰਵੈਦਿਕ ਦੀ ਦਵਾ ਖਾ ਰਿਹਾ ਤੇ ਉਹਦਾ ਰਿਜ਼ਲਟ ਵੀ ਉਸੇ ਪ੍ਰਕਾਰ ਰੀਪਰੋਡਿਊਸੇਬਲ ਹੋਣਾ ਚਾਹੀਦਾ ਹਰ ਸਿਚੁਏਸ਼ਨ ਦੇ ਅੰਦਰ, ਡਿਪੈਂਡਿੰਗ ਅਪੋਨ ਪੇਸ਼ੈਂਟਸ ਦੀ ਜਿਹੜੀ ਉਹ ਪ੍ਰਕਿਰਤੀ ਹੈ ਜਿਹਦਾ ਆਪਾਂ ਪਹਿਲਾਂ ਜ਼ਿਕਰ ਕੀਤਾ। ਪੇਸ਼ੈਂਟਸ ਜਿਹੜੇ ਨੇ ਉਹ ਲਾਈਨ ਆਫ ਟ੍ਰੀਟਮੈਂਟ ਜਿਹੜਾ ਹੈਗਾ ਉਹ ਕਿੰਨਾ, ਕਿਉਂਕਿ ਆਮ ਤੌਰ ਤੇ ਜਦੋਂ ਆਪਾਂ ਕਿਸੇ ਵੀ ਐਲੋਪੈਥ ਕੋਲ ਜਾਂਦੇ ਹਾਂ ਤਾਂ ਉਹ ਫਿਰ ਵੀ ਕੁਝ ਟ੍ਰੀਟਮੈਂਟ ਦੀ ਲਾਈਨ ਆਫ ਟ੍ਰੀਟਮੈਂਟ ਦਿੰਦੇ ਨੇ ਕਿ ਕਿਸ ਤਰੀਕੇ ਦਾ ਹੈਗਾ, ਇਹਦੇ ਬਾਅਦ ਤੁਹਾਨੂੰ ਇੰਨੀ ਦਵਾਈ ਲੈਣੀ ਪੈ ਸਕਦੀ ਹੈ, ਇੰਨੇ ਟਾਈਮ ਤੱਕ ਲੈਣੀ ਹੈ, ਫਿਰ ਇਹਨੂੰ ਘੱਟ ਕਰ ਦਾਂਗੇ, ਜਾਂ ਕਿਹੜੀਆਂ ਇਹਦੇ ਚੋਂ ਮਾਈਨਸ ਹੋ ਸਕਦੀਆਂ। ਇਹਦਾ ਕੀ ਇੱਥੇ ਸਿਸਟਮ ਰਹੇਗਾ ਜਿਹੜਾ ਤੁਸੀਂ ਇੱਕ ਲੈ ਕੇ ਆ ਰਹੇ ਹੋ ਕਨਸੈਪਟ? ਮੈਂ ਪਹਿਲਾਂ ਤੁਹਾਨੂੰ ਇੱਕ ਕਰੈਕਟ ਕਰ ਦੇਣਾ ਬਿੰਦੂ ਜੀ ਕਿ ਅਸੀਂ ਕੋਈ ਸਿਸਟਮ ਨਹੀਂ ਲੈ ਕੇ ਆ ਰਹੇ। ਆਯੁਰਵੇਦਾ ਇੱਕ ਸਿਧਾਂਤ ਹੈ, ਪद्धਤੀ ਹੈ, ਉਹ ਹੈਗਾ। ਅਸੀਂ ਵੀ ਆਰ ਨਾਟ ਕਮਿੰਗ ਇਨਟੂ ਕਲੀਨਿਕਸ, we are not coming with clinic where people will come and so sada we are already into manufacturing and marketing of our medicines. Now we are committed to the evidence based marketing, evidence based drug development. ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਅਸੀਂ ਜੋ ਵੀ ਦਵਾਈ, ਆਯੁਰਵੈਦਿਕ ਦਵਾਈ ਜੋ ਸਾਡੀ ਕੰਪਨੀ ਦੀ ਤਰਫ ਤੋਂ ਆਏਗੀ, ਉਸ ਦਾ ਪੂਰਾ ਕਲੀਨਿਕਲ ਪ੍ਰੀ ਕਲੀਨਿਕਲ ਟਰਾਇਲ ਹੋਏਗਾ।
ਉਹਦਾ ਡਰਗ ਡਿਵੈਲਪਮੈਂਟ ਦਾ ਇੱਕ ਕਨਸੈਪਟ ਹੋਏਗਾ ਜਿਹੜੇ ਕਿ ਅੱਜ ਮਾਰਕੀਟ 'ਚ ਉਹ ਸਾਰੀ ਪ੍ਰੋਬਲਮਸ ਜਾਂ ਅੱਜ ਸੋਸਾਇਟੀ ਵਿੱਚ ਜਾਂ ਬਹੁਤ ਸਾਰੇ ਬਿਮਾਰੀਆਂ ਜਿਨ੍ਹਾਂ ਦਾ ਅੱਜ ਕੋਈ ਕਲੀਅਰ ਇਲਾਜ ਨਹੀਂਗਾ, ਤੇ ਉਸ ਦੇ ਉੱਤੇ ਰਿਸਰਚ ਕੀਤੀ ਜਾਵੇ, ਉਸ ਤਰੀਕੇ ਦੀ ਦਵਾ ਨੂੰ ਡਿਵੈਲਪ ਕੀਤਾ ਜਾਵੇ ਔਰ ਉਹ ਡਿਵੈਲਪਮੈਂਟ ਤੋਂ ਬਾਅਦ ਇੱਕ ਉਹਦਾ ਥੋਰੋ ਜਿਹੜਾ ਹੈਗਾ ਐਵੀਡੈਂਸ ਬੇਸ ਉਹਦੀ ਕਲੀਨਿਕਲ ਟਰਾਇਲ ਹੋਵੇ ਤਾਂ ਕਿ ਉਹਦੇ ਸਾਰੇ ਡਾਕੂਮੈਂਟੇਸ਼ਨ ਐਵੀਡੈਂਸ ਹੋਣ ਕਿ ਇਹ ਦਵਾ ਇਸ ਰੋਗ 'ਚ ਪ੍ਰਭਾਵੀ ਹੈ ਜਾਂ ਨਹੀਂ ਹੈ। ਪਹਿਲੀ ਗੱਲ। ਦੂਜੀ ਗੱਲ ਇਹ ਕਿ ਜਦੋਂ ਤੁਸੀਂ ਦਵਾ ਦਾ ਪ੍ਰਚਾਰ ਕਰਦੇ ਹੋ ਜਾਂ ਜਦੋਂ ਤੁਸੀਂ ਡਾਕਟਰਸ ਨੂੰ ਜਾ ਕੇ ਮਿਲਦੇ ਹੋ ਤੇ ਤੁਹਾਡੀ ਜਿਹੜੀ ਪ੍ਰਮੋਸ਼ਨ ਹੈ ਜਾਂ ਤੁਸੀਂ ਜੋ ਡਾਕਟਰਸ ਨੂੰ ਜਾ ਕੇ ਦੱਸਦੇ ਹੋ that should be also evidence based. You cannot go and claim something which your drug is not about. Right. Now that is the ethical moral responsibility of all the drug companies, be it allopathy or Ayurveda. And we at Imami Jhandu believe that our communication, our promotion should be evidence based and factual. ਪ੍ਰਾਈਸ ਦੀ ਗੱਲ ਕਰ ਲਈ ਆਪਾਂ, ਕਿਉਂਕਿ ਬਹੁਤ ਵੈਰਾਈਟੀ ਹੁੰਦੀ ਹੈ। ਇੱਕ ਸ਼ਹਿਦ ਲੈਣ ਜਾਓ, ਕੋਈ ਸ਼ਹਿਦ ਦੀ ਸ਼ੀਸ਼ੀ ਕਿੰਨੇ 180 ਦੀ ਹੈ, ਕੋਈ 200 ਦੀ ਹੈ, ਕੋਈ ਸ਼ਾਇਦ 500 ਦੀ ਹੈ। ਇਸੇ ਤਰੀਕੇ ਦੇ ਨਾਲ ਜੇ ਤੁਸੀਂ ਡਾਬਰ ਦਾ ਲੈਣਾ ਹੈ ਜਾਂ ਕਿਸੇ ਹੋਰ ਦੂਸਰੀ ਤੀਸਰੀ ਝੰਡੂ ਦਾ ਲੈਣਾ ਹੈ ਜਾਂ ਚਮਨਪ੍ਰਾਸ਼, ਉਹਨਾਂ ਦੀ ਬਹੁਤ ਵੇਰੀਏਸ਼ਨ ਹੈਗੀ ਹੈ। ਕਾਲਾ ਗੋਂਦ, ਵਟੀਆਂ, ਉਹਨਾਂ ਦੀ ਬਹੁਤ ਸਾਰੀ ਵੇਰੀਏਸ਼ਨ ਹੈਗੀ ਹੈ ਪ੍ਰਾਈਸ ਦੀ। ਅਫੋਰਡੇਬਲ ਕਿਵੇਂ ਹੋਏਗੀ ਲੋਕਾਂ ਲਈ? ਇਹ ਲੋਕ ਮਤਲਬ ਕਿ ਕਿਉਂਕਿ ਡੈਫੀਨੇਟਲੀ ਮਾਰਕੀਟ ਦੇ ਵਿੱਚ ਆਲਰੇਡੀ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ, ਬਹੁਤ ਸਾਰੇ ਜਿਹੜੇ ਪਲੇਅਰਸ ਨੇ ਉਹ ਮਾਰਕੀਟ ਦੇ ਵਿੱਚ ਹੈਗੇ ਨੇ, ਤੇ ਹਾਊ ਵਿਲ ਯੂ ਮੈਨੇਜ ਐਂਡ ਵਾਟ ਇਜ਼ ਯੂਰ ਸਟ੍ਰੈਟਜੀ ਔਨ ਦੈਟ? ਬਿਲੂ ਜੀ, ਜਿੱਥੋਂ ਤਾਈਂ ਅਸੀਂ ਗੱਲ ਕਰੀਏ ਐਲੋਪੈਥੀ ਦੇ ਅੰਦਰ ਤੇ ਉੱਥੇ ਇੱਕ ਵੈਲ ਡਿਫਾਈਨਡ ਸਿਸਟਮ ਹੈਗਾ ਪ੍ਰਾਈਸਿੰਗ ਦਾ ਜੀ। ਗਵਰਨਮੈਂਟ ਦੇ ਐਨੀਲੀਅਮ ਜਿਹੜੀ ਹੈ ਨੈਸ਼ਨਲ ਲਿਸਟ ਆਫ ਐਸੈਂਸ਼ੀਅਲ ਮੈਡੀਸਿਨ ਉਹ ਡਿਫਾਈਨ ਕੀਤੀ ਹੋਈ ਹੈ, ਜਿਹਦੇ ਅੰਦਰ ਉਹ ਸਾਰੀ ਮੈਡੀਸਿਨਸ ਜੋ ਸਰਕਾਰ ਸਮਝਦੀ ਹੈ ਕਿ ਬਹੁਤ ਅਫੋਰਡੇਬਲ ਹੋਣੀ ਚਾਹੀਦੀ ਹੈ, ਜਿਹੜੀ ਕਿ ਰੋਜ਼ਮर्रा ਔਰ ਜਿਹੜੇ ਆਮ ਬਿਮਾਰੀਆਂ ਵਾਸਤੇ ਬਹੁਤ ਜ਼ਰੂਰੀ ਹੈ, ਉਸ ਦੀ ਪ੍ਰਾਈਸ ਕੈਪਿੰਗ ਗਵਰਨਮੈਂਟ ਕਰ ਦਿੰਦੀ ਹੈ। ਉਹਦੇ ਅੰਦਰ ਕੋਈ ਵੀ ਕੰਪਨੀ ਉਸ ਪ੍ਰਾਈਸ ਰੇਂਜ ਤੋਂ ਉੱਪਰ ਉਸ ਦਾ ਪ੍ਰਾਈਸ ਨਹੀਂ ਰੱਖ ਸਕਦੀ। ਆਯੁਰਵੇਦ ਦੇ ਅੰਦਰ ਵੀ ਕਿਉਂਕਿ ਦੇਰ ਇਜ਼ ਕੰਪੀਟੀਸ਼ਨ, ਤੇ ਇਸ ਕਰਕੇ ਮਾਰਕੀਟ ਫੋਰਸਿਸ ਇੱਕ ਆਪਣਾ ਰੋਲ ਪਲੇ ਕਰਦੇ ਨੇ ਟੂ ਕੀਪ ਦਾ ਪ੍ਰਾਈਸ। ਦੂਜੀ ਗੱਲ ਇਹ ਹੈ ਕਿ ਇਵੈਂਚੁਅਲੀ ਹੁਣ ਜਿਸ ਤਰ੍ਹਾਂ ਇਹ ਸਾਰਾ ਸਿਸਟਮ ਡਿਵੈਲਪ ਹੋ ਰਿਹਾ ਹੈ, ਆਉਣ ਵਾਲੇ ਸਮੇਂ 'ਚ ਮੈਨੂੰ ਇਹ ਲੱਗਦਾ ਹੈ ਕਿ ਵੈਸੇ ਵੀ ਅਗਰ ਤੁਸੀਂ ਆਯੁਰਵੈਦਿਕ ਦਵਾਈਆਂ ਤੁਸੀਂ ਅਗਰ ਦੇਖੋ, ਕਲਾਸੀਕਲ ਦਵਾਈਆਂ ਉਹ ਐਲੋਪੈਥੀ ਤੋਂ ਕਾਫੀ ਸਸਤੀਆਂ ਨੇ। ਕੁਝ ਦਵਾਈਆਂ ਇਹੋ ਜਿਹੀਆਂ ਨੇ ਜੋ ਕਿ ਵੈਲਨੈਸ ਕੈਟੇਗਰੀ ਦੇ ਅੰਦਰ ਆਉਂਦੀਆਂ ਨੇ, ਉਹ ਜਿਹੜਾ ਹੈ ਕੋਸਟਲੀ ਹੋ ਸਕਦੀਆਂ ਨੇ, ਲੇਕਿਨ ਜਿਹੜੀ ਤੁਹਾਡੀ ਮੈਡੀਸਿਨ ਦੀ ਗੱਲ ਕਰ ਰਿਹਾ ਮੈਂ, ਜੋ ਕਿ ਤੁਹਾਡੇ ਕਿਸੇ ਰੋਗ ਨੂੰ ਠੀਕ ਕਰੇਗੀ, ਉਹ ਜ਼ਿਆਦਾਤਰ ਦਵਾਈਆਂ ਕਾਫੀ ਅਫੋਰਡੇਬਲ ਹੈ, ਸਸਤੀਆਂ ਵੀ ਨੇ। ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਇੱਥੇ ਕਰਨਾ ਚਾਹੁੰਦਾ ਕਿ ਬਹੁਤ ਸਾਰੀ ਸਟੇਟ ਗਵਰਨਮੈਂਟਸ ਹੋਰ ਸੈਂਟਰਲ ਗਵਰਨਮੈਂਟ ਦੀ ਕੁਝ ਪਾਲਿਸੀਜ਼ ਨੇ ਜਿੱਥੇ ਆਯੁਰਵੈਦਿਕ ਹਸਪੀਟਲਸ ਨੇ, ਡਿਸਪੈਂਸਰੀਜ਼ ਹੈਗੀਆਂ ਨੇ, ਉੱਥੇ ਇਹ ਆਯੁਰਵੈਦਿਕ ਦਵਾਵਾਂ ਫ੍ਰੀ 'ਚ ਦਿੱਤੀਆਂ ਜਾਂਦੀਆਂ ਨੇ। ਗਵਰਨਮੈਂਟ ਇਸ ਤਰਫ ਕਾਫੀ ਪ੍ਰਯਾਸ ਕਰ ਰਹੀ ਹੈ ਔਰ ਸਪੈਸ਼ਲੀ ਪਿਛਲੇ 10 ਸਾਲਾਂ ਵਿੱਚ ਕਾਫੀ ਇਸ ਤਰਫ ਕੰਮ ਹੋਇਆ ਹੈ। ਤੁਸੀਂ ਗੱਲ ਜਿਸ ਤਰੀਕੇ ਦੇ ਨਾਲ ਕੀਤੀ ਅਫੋਰਡੇਬਿਲਿਟੀ ਦੀ, ਸਾਰਿਆਂ ਨੂੰ ਅਫੋਰਡ ਕਰ ਪਾਉਣਗੇ, ਸਸਤੀਆਂ ਹੁੰਦੀਆਂ, ਲੋਕਾਂ ਦੇ ਮਤਲਬ ਕਿ ਉਹਦੇ ਵਿੱਚ ਕਨਸੈਪਟ ਦੇ ਵਿੱਚ ਆ ਸਕਣਗੀਆਂ, ਉਹਨੂੰ ਜੇ ਦੇਖਿਆ ਜਾਏ ਤਾਂ ਕਿਉਂਕਿ ਅੱਜ ਕੱਲ੍ਹ ਇੱਕ ਰਿਵਾਜ਼ ਹੋ ਗਿਆ ਕਿ ਡਿਫਰੈਂਟ ਆਯੁਰਵੈਦਿਕ ਸਟੋਰਸ ਖੁੱਲ੍ਹਣੇ ਸ਼ੁਰੂ ਹੋ ਗਏ ਨੇ, ਔਰ ਰਿਮੋਟ ਏਰੀਆਜ਼ ਦੇ ਵਿੱਚ, ਬਹੁਤ ਹੀ ਰਿਮੋਟ ਏਰੀਆਜ਼ ਜਿਹੜੇ ਨੇ, ਉੱਥੇ ਕੀ ਤੁਹਾਡੇ ਇਸ ਤਰ੍ਹਾਂ ਦੇ ਸਟੋਰਸ ਹੋਣਗੇ? ਕਿਉਂਕਿ ਖਾਸ ਤੌਰ 'ਤੇ ਔਰ ਡਿਜੀਟਾਈਜੇਸ਼ਨ ਦਾ ਬਹੁਤ ਜ਼ਿਆਦਾ, ਸੋਸ਼ਲ ਮੀਡੀਆ 'ਤੇ ਕਨਸੈਪਟਸ ਬਹੁਤ ਹੋ ਗਏ ਨੇ, ਔਰ ਫਿਰ ਸਟੋਰਸ ਡਿਫਰੈਂਟ ਤੁਸੀਂ ਦੇਖਿਆ ਹੋਣਾ, ਕਈ ਆਪਣੇ ਕਨਸੈਪਟ ਲੈ ਕੇ ਆ ਰਹੇ ਨੇ ਆਯੁਰਵੈਦਿਕ, ਉਹਨਾਂ ਨੇ ਆਪਣੇ ਸ਼ਾਪ ਸਟੋਰਸ, ਛੋਟੇ ਆਊਟਲੈਟਸ ਖੋਲ੍ਹੇ ਹੋਏ ਨੇ। ਅਤੇ ਮੈਂ ਬਹੁਤ ਸਾਰੀ ਕੰਪਨੀਜ਼ ਨੇ ਜਿਨ੍ਹਾਂ ਦੇ ਆਪਣੇ ਡੈਡੀਕੇਟਿਡ ਸਟੋਰਸ ਨੇ। ਸਾਡੀ ਕੰਪਨੀ ਦਾ ਇਸ ਤਰ੍ਹਾਂ ਹਾਲੇ ਕੋਈ ਵਿਚਾਰ ਨਹੀਂ ਗਾ। ਹੋਰ ਅਗਰ ਤੁਸੀਂ ਉਹਨਾਂ ਸਟੋਰਸ 'ਚ ਤੁਸੀਂ ਦੇਖੋ ਤੇ ਪ੍ਰੀਡੋਮੀਨੈਂਟਲੀ ਤੁਸੀਂ ਇਹ ਦੇਖੋਗੇ ਕਿ ਉਸ 'ਚ ਵੈਲਨੈਸ ਪ੍ਰੋਡਕਟਸ ਜਾਂ FMCG ਪ੍ਰੋਡਕਟ ਜਾਂ ਤੁਹਾਡੇ OTC ਪ੍ਰੋਡਕਟਸ ਜ਼ਿਆਦਾ ਹੁੰਦੇ ਨੇ, ਜਿਹਦੇ ਵਾਸਤੇ ਪੇਸ਼ੈਂਟ ਨੂੰ ਕਿਸੇ ਡਾਕਟਰ ਦੇ ਪ੍ਰਿਸਕ੍ਰਿਪਸ਼ਨ ਦੀ ਲੋੜ ਨਹੀਂ। ਫੋਰ ਐਗਜ਼ਾਮਪਲ, ਅਗਰ ਕਿਸੇ ਨੂੰ ਫੇਸ ਵਾਸ਼ ਚਾਹੀਦਾ ਹੈ ਤੇ ਉਹ ਆਯੁਰਵੇਦ 'ਚ ਵੀ ਫੇਸ ਵਾਸ਼ ਆਉਂਦਾ ਹੈ। ਤੁਸੀਂ ਹੇਅਰ ਆਇਲ ਦੀ ਗੱਲ ਕੀਤੀ, ਅਗਰ ਕਿਸੇ ਨੂੰ ਆਪਣੇ ਹੇਅਰ ਕਾਲੇ ਕਰਨੇ ਨੇ ਜਾਂ ਲੰਬੇ ਕਰਨੇ ਨੇ, ਉਹਦੇ ਵਾਸਤੇ ਅਗਰ ਕੋਈ ਆਇਲ ਹੈਗਾ ਤੇ ਉਹ ਹੈਗਾ।
ਅਗਰ ਕਿਸੇ ਨੂੰ ਇੱਕ ਮਤਲਬ ਕਿੱਥੇ ਚੋਟ ਲੱਗ ਗਈ ਹੈ ਉਹਦੇ ਵਾਸਤੇ ਅਗਰ ਉਹਨੂੰ ਕੋਈ ਐਨਾਲਜੈਸਿਕ ਆਇਲ ਚਾਹੀਦੀ ਹੈ, ਬਾਮ ਚਾਹੀਦਾ ਹੈ, ਤੇ ਉਹ ਸਾਰੇ OTC FMCG ਪ੍ਰੋਡਕਟਸ ਹੈਗੇ ਹੈ। ਲੇਕਿਨ ਮੈਂ ਤੁਹਾਡੀ ਜਿੱਥੋਂ ਤੱਕ ਗੱਲ ਕਰ ਰਿਹਾ ਹਾਂ ਕਿ ਦਵਾ ਦੀ ਜਾਂ ਮੈਡੀਸਿਨ ਦੀ, ਮੈਡੀਸਿਨਸ ਆਰ ਅਫੋਰਡੇਬਲ ਔਰ ਉਹ ਤੁਹਾਨੂੰ ਇੱਕ ਆਮ ਆਯੁਰਵੈਦਿਕ ਭੰਡਾਰ ਤੇ ਮਿਲੇਗੀ, ਰਿਟੇਲ ਕਾਊਂਟਰ ਤੇ ਮਿਲੇਗੀ, ਤੇ ਉਹ ਫ੍ਰੀਲੀ ਅਵੇਲੇਬਲ ਹੈ ਔਰ ਉਹ ਜ਼ਿਆਦਾ ਮਹਿੰਗੀਆਂ ਵੀ ਨਹੀਂ ਗਿਆ। ਜੀ ਜੀ, ਜਿੱਥੋਂ ਤੱਕ ਆਪਾਂ ਗੱਲ ਕਰਦੇ ਹਾਂ ਇਨੋਵੇਸ਼ਨ ਦੀ, ਕੋਈ ਨਵੀਆਂ ਇਨੋਵੇਸ਼ਨਸ ਜਾਂ ਫਿਰ ਫਿਊਚਰ ਪਲਾਨਸ ਕੀ ਨੇ, ਜਾਂ ਇੰਟਰਨੈਸ਼ਨਲ ਲੈਵਲ ਤੇ ਐਕਸੈਸ ਕਿਵੇਂ ਹੋਏਗੀ, ਉਹਦਾ ਕੋਈ ਪਲਾਨ, ਤੁਹਾਡੀ ਸਟ੍ਰੈਟਜੀ ਹੋਏਗੀ? ਕਰੈਕਟ। ਤੋ ਇਹਦਾ ਮੇਜਰ ਗੈਪ ਸਾਡਾ ਜਿਹੜਾ ਹੈਗਾ ਆਯੁਰਵੇਦਾ ਦਾ, ਕਿ ਕਿਉਂ ਆਯੁਰਵੇਦ ਇੰਟਰਨੈਸ਼ਨਲੀ ਉਤਨਾ ਪਪੂਲਰ ਜਾਂ ਐਕਸੈਪਟਡ ਕਨਸੈਪਟ ਨਹੀਂਗਾ, ਜਾਂ ਉਹਦੀ ਦਵਾਈਆਂ ਜਿਹੜੀਆਂ ਨੇ ਉਤਨੀ ਕਿਉਂ ਮਕਬੂਲ ਨਹੀਂ ਗਿਆ। ਉਹਦਾ ਰੀਜ਼ਨ ਇਹ ਹੈਗਾ ਕਿ ਸਾਡੇ ਇੱਥੇ ਆਯੁਰਵੇਦ ਪਿਛਲੇ 5000 ਸਾਲਾਂ ਤੋਂ ਹੈਗਾ ਜੀ। ਇਹ ਸਾਡਾ ਆਪਣਾ ਵਿਗਿਆਨ ਹੈ, ਆਪਣਾ ਅਨੁਭਵ ਹੈ। ਲੇਕਿਨ ਮੈਂ ਤੁਹਾਨੂੰ ਇੱਕ ਕਨਸੈਪਟ ਦਿਖਾਣਾ ਕਿ ਸਾਰਿਆਂ ਨਾਲੋਂ ਪਹਿਲਾਂ ਸ਼ੁਰੂ ਹੁੰਦਾ ਹੈ ਸੰਦੇਹ, ਡਾਊਟ। ਉਹ ਡਾਊਟ ਨੂੰ ਦੂਰ ਕਰਦਾ ਹੈ, ਡਾਊਟ ਨਾਲ ਪੈਦਾ ਹੁੰਦਾ ਸਵਾਲ। ਉਸ ਸਵਾਲ ਦਾ ਆਨਸਰ, ਉਹਦਾ ਜਿਹੜਾ ਉੱਤਰ ਹੈ, ਉਹ ਆਂਦਾ ਹੈ ਐਵੀਡੈਂਸ ਤੋਂ, ਕਿ ਇਹਦਾ ਪ੍ਰਮਾਣ ਹੈਗਾ, ਇਹਦਾ ਜਵਾਬ ਹੈ। ਇਹਦਾ ਦੀ ਪਾਰਦਰਸ਼ਿਤਾ ਹੋਏਗੀ, ਟ੍ਰਾਂਸਪੇਰੈਂਸੀ, ਉਹ ਇੱਕ ਅਲੱਗ ਸਬਜੈਕਟ ਹੈ। ਮੈਂ ਜਿਹੜਾ ਪ੍ਰਮਾਣ ਦੀ ਗੱਲ ਕਰ ਰਿਹਾ ਜਾਂ ਐਵੀਡੈਂਸ ਦੀ ਗੱਲ ਕਰ ਰਿਹਾ, ਅਗਰ ਉਹ ਐਵੀਡੈਂਸ, ਅਗਰ ਮੈਂ ਤੁਹਾਨੂੰ ਕਹਿ ਰਿਹਾ ਕਿ ਅਗਰ ਤੁਸੀਂ ਇਹ ਦਵਾ ਲਓ ਤੁਸੀਂ ਠੀਕ ਹੋਗੇ, ਇਹ ਮੇਰੀ ਸਟੱਡੀ ਹੈ ਜਾਂ ਇਹ ਮੇਰਾ ਪ੍ਰਮਾਣ ਹੈ, ਜਾਂ ਇਹ ਮੈਂ ਤੁਹਾਨੂੰ ਇਹ ਜੋ ਮੈਂ ਰਿਸਰਚ ਕੀਤੀ ਹੈ ਇਹ ਪ੍ਰੂਵ ਕਰਦੀ ਹੈ। ਜਦੋਂ ਤੁਸੀਂ ਉਹਨੂੰ ਯੂਜ਼ ਕਰਦੇ ਹੋ ਔਰ ਬਾਰ-ਬਾਰ ਯੂਜ਼ ਕਰਦੇ ਹੋ ਔਰ ਹਰ ਵਾਰ ਤੁਹਾਨੂੰ ਜਦੋਂ ਉਹਦੇ ਰਿਜ਼ਲਟ ਮਿਲਦੇ ਨੇ, ਤਾਂ ਫਿਰ ਤੁਹਾਨੂੰ ਹੋ ਜਾਂਦਾ ਹੈ ਵਿਸ਼ਵਾਸ ਜੀ। ਦੈਨ ਇਟ ਗੈਟਸ ਕਨਵਰਟਡ ਇਨਟੂ ਟਰਸਟ, ਐਂਡ ਅ ਲੌਂਗ ਟਾਈਮ ਟਰਸਟ ਗੈਟਸ ਕਨਵਰਟਡ ਇਨਟੂ ਫੇਥ, ਜਾਂ ਜਿਹਨੂੰ ਕਹਿੰਦੇ ਨੇ ਆਸਥਾ। ਔਰ ਪ੍ਰੋਬਲਮ ਆਸਥਾ ਨਾਲ ਇਹ ਹੈਗੀ ਹੈ ਕਿ ਆਸਥਾ ਨਾਰਮਲੀ ਅੰਧੀ ਹੁੰਦੀ ਹੈ। ਜਦੋਂ ਬੰਦਾ ਬਲਾਈਂਡਲੀ ਫੇਥ ਕਰਨਾ ਸ਼ੁਰੂ ਕਰਦਾ ਹੈ, ਤੇ ਉੱਥੇ ਫਿਰ ਕਿਸੇ ਵੀ ਚੀਜ਼ ਨੂੰ ਕੁਐਸਚਨ ਕਰਨ ਤੇ ਬਹੁਤ ਸਾਰੇ ਸਮੱਸਿਆਵਾਂ ਉਤਪੰਨ ਹੁੰਦੀਆਂ ਨੇ। ਇੰਟਰਨੈਸ਼ਨਲੀ ਜਿਹੜੀ ਰੈਗੂਲੇਟਰੀ ਬਾਡੀਜ਼ ਹੈਗੀਆਂ ਨੇ, ਜਾਂ ਜਿਹੜੇ ਮੈਡੀਕਲ ਕਾਲਜਸ ਨੇ, ਜਾਂ ਡਾਕਟਰਸ ਨੇ, ਜਾਂ ਸਾਡੇ ਆਪਣੇ ਦੇਸ਼ ਵਿੱਚ ਵੀ ਜਿਹੜੇ ਐਲੋਪੈਥਿਕ ਡਾਕਟਰ ਹੈਗੇ ਆ, ਉਹ ਕਿਉਂ ਜ਼ਿਆਦਾ ਆਯੁਰਵੈਦਿਕ ਮੈਡੀਸਿਨਸ ਨਹੀਂ ਯੂਜ਼ ਕਰਦੇ। ਮੈਂ ਮੈਡੀਕੋ ਲੀਗਲ ਪੁਆਇੰਟ ਆਫ ਵਿਊ ਨਾਲ ਨਹੀਂ ਗੱਲ ਕਰ ਰਿਹਾ, ਇਨ ਜਨਰਲ ਐਕਸੈਪਟੈਂਸ ਦੀ ਗੱਲ ਕਰ ਰਿਹਾ, ਕਿਉਂਕਿ ਉਹ ਕਹਿੰਦੇ ਨੇ ਕਿ ਇਹਦਾ ਜਿਹੜਾ ਹੈ ਐਵੀਡੈਂਸ ਨਹੀਂਗਾ ਜੀ। ਤੁਸੀਂ ਮੈਨੂੰ ਐਵੀਡੈਂਸ ਦਿਖਾਓ ਕਿ ਤੁਹਾਡੀ ਦਵਾ ਕਿਸ ਤਰ੍ਹਾਂ ਕੰਮ ਕਰਦੀ ਹੈ, ਕਿਤਨੇ ਸਮੇਂ 'ਚ ਕੰਮ ਕਰਦੀ ਹੈ, ਉਹਦੇ ਰਿਜ਼ਲਟ ਕਿਸ ਪ੍ਰਕਾਰ ਦੇ ਨੇ। ਜਦ ਤੱਕ ਤੁਹਾਡੇ ਕੋਲ ਇਹ ਐਵੀਡੈਂਸ ਨਹੀਂ ਹੋਣਗੇ, ਔਰ ਅੱਜ ਕੱਲ੍ਹ ਕਿਉਂਕਿ ਇਹ ਸਾਇੰਟੀਫਿਕ ਐਵੀਡੈਂਸ ਹੈਗੇ, ਤੇ ਇਫ ਯੂ ਆਰ ਨਾਟ ਏਬਲ ਟੂ ਪ੍ਰੋਵਾਈਡ ਐਂਡ ਕਮਿਊਨੀਕੇਟ ਇਨ ਦਿਸ ਲੈਂਗੁਏਜ ਗਲੋਬਲੀ, ਪੀਪਲ ਵਿਲ ਨਾਟ ਟੇਕ ਇਟ, ਪੀਪਲ ਵਿਲ ਨਾਟ ਅੰਡਰਸਟੈਂਡ। ਤੁਹਾਡਾ ਅਨੁਭਵ ਤੁਹਾਡੇ ਕੋਲ ਹੈਗਾ, ਲੇਕਿਨ ਅਗਰ ਤੁਸੀਂ ਉਹਨੂੰ ਡਾਕੂਮੈਂਟ ਕਰੋਗੇ ਓਵਰ ਦਾ ਪੀਰੀਅਡ ਆਫ ਟਾਈਮ, ਹੋਰ ਉਸ ਨੂੰ ਤੁਸੀਂ ਬੇਸਡ ਔਨ ਦੈਟ ਅਗਰ ਤੁਸੀਂ ਇਹ ਕਲੇਮ ਕਰ ਰਹੇ ਹੋ ਕਿ ਯੋਰ ਰਿਜ਼ਲਟ ਜਾਂ ਜਿਹੜਾ ਤੁਹਾਡਾ ਅਨੁਭਵ ਹੋਇਆ ਉਹ ਰੀਪਰੋਡਿਊਸੇਬਲ ਹੈਗਾ ਜੀ ਇਨ ਟਾਈਮ ਐਂਡ ਸਪੇਸ, ਤਾਂ ਫਿਰ ਉਹ ਜਿਹੜਾ ਹੈਗਾ ਉਹਦੀ ਐਕਸੈਪਟੈਂਸ ਵੱਧ ਜਾਂਦੀ ਹੈ। ਆਈ ਥਿੰਕ ਦਿਸ ਇਜ਼ ਵੇਅਰ ਦਾ ਗੈਪ ਇਜ਼, ਕਿਉਂਕਿ ਦੋ ਗੱਲ ਹੈਗੀ ਹੈ, ਇੱਕ ਹੁੰਦਾ ਹੈ ਨੌਲੇਜ, ਦੂਜਾ ਹੁੰਦਾ ਹੈ ਵਿਜ਼ਡਮ। ਨੌਲੇਜ ਇਜ਼ ਟ੍ਰਾਂਸਫਰੇਬਲ, we can communicate. Wisdom unfortunately is not actually, and that is where the issue. ਸਾਡੇ ਇੱਥੇ ਆਯੁਰਵੇਦ 'ਚ ਵਿਜ਼ਡਮ ਬਹੁਤ ਹੈ, ਬਟ ਅਸੀਂ ਉਹਨੂੰ ਕਿਸ ਤਰ੍ਹਾਂ ਕਮਿਊਨੀਕੇਟ ਕਰੀਏ, ਜਾਂ ਉਹਦੇ ਵਾਸਤੇ ਡਾਕੂਮੈਂਟੇਸ਼ਨ ਦੀ ਲੋੜ ਹੈ, ਰਿਸਰਚ ਦੀ ਲੋੜ ਹੈ। ਸਾਡੀ ਕੰਪਨੀ ਦੇ ਇੱਥੇ ਸਟੇਟ ਆਫ ਦੀ ਆਰਟ R&D ਫੈਸਿਲਿਟੀ ਹੈਗੀ, ਜਿੱਥੇ 200 ਤੋਂ ਜ਼ਿਆਦਾ ਵਿਗਿਆਨਿਕ ਕੰਮ ਕਰਦੇ ਨੇ, ਔਰ ਸਾਡਾ ਦਿਨ ਰਾਤ ਇਹੀ ਪ੍ਰਯਾਸ ਹੈਗਾ ਕਿ ਅਸੀਂ ਕਿਵੇਂ ਸਾਡੀ ਜਿਹੜੀ ਮੈਡੀਸਿਨਸ ਅਸੀਂ ਜੋ ਲੈ ਕੇ ਆ ਰਹੇ ਹਾਂ, ਜਾਂ ਸਾਡੀ ਜਿਹੜੀ ਹੈਗੀਆਂ ਨੇ, ਉਹ ਕਿਸ ਤਰ੍ਹਾਂ ਐਵੀਡੈਂਸ ਬੇਸਡ ਹੋਣ। ਰਿਸਰਚ ਐਂਡ ਡਿਵੈਲਪਮੈਂਟ ਪੂਰਾ ਸੈਕਸ਼ਨ ਹੈ ਤੁਹਾਡਾ ਬਹੁਤ, ਇਟਸ ਇਟ ਇਜ਼ ਵਨ ਆਫ ਦਾ ਸਟੇਟ ਆਫ ਦੀ ਆਰਟ ਫੈਸਿਲਿਟੀ। ਓਕੇ, ਦੈਟਸ ਗ੍ਰੇਟ। ਟ੍ਰਾਂਸਪੇਰੈਂਸੀ ਤੇ ਵੀ ਥੋੜੀ ਜਿਹੀ ਗੱਲ ਕਰ ਲੈਂਦੇ ਆਪਾਂ, ਉਹ ਕਿਸ ਤਰੀਕੇ ਦੇ ਨਾਲ। ਟ੍ਰਾਂਸਪੇਰੈਂਸੀ ਇਜ਼ ਵੈਰੀ ਇੰਪੋਰਟੈਂਟ। ਟ੍ਰਾਂਸਪੇਰੈਂਸੀ ਦੀ ਜਿੱਥੋਂ ਤਾਈਂ ਅਸੀਂ ਗੱਲ ਕਰੀਏ, ਸਾਡੇ ਜਿਹੜੇ ਮੈਨੂਫੈਕਚਰਿੰਗ ਪਲਾਂਟਸ ਹੈਗੇ ਆ, ਉਹ WHO ਸਰਟੀਫਾਈਡ ਹੈ, GMP ਸਰਟੀਫਾਈਡ ਹੈਗੇ, ਜਿਨ੍ਹਾਂ ਦੀ ਰੈਗੂਲਰ ਆਡਿਟ ਹੁੰਦੀ ਹੈ, ਤੇ WHO ਤੋਂ ਟੀਮ ਆਉਂਦੀ ਹੈ। ਦੇ ਸਟੇ ਦੇਅਰ ਫॉर ਅ ਵੀਕ, ਦੇ ਚੈੱਕ they conduct the audit of all the different batches and all. So while
गवर्नमेंट की तरफों ये कोई बाइंडिंग नहीं जी। गई, लेकिन असी अपने इंटरनल क्वालिटी सिस्टम इतने स्ट्रिंजेंट रखे हुए ने दैट वी बाइंड आवरसेल्व्स दैट आवर प्रोडक्ट्स आर ऑफ ग्लोबल क्वालिटी। सो ਸਾਡੇ ਅੱਜ ਅਸੀਂ ਇੰਡੀਆ 'ਚ ਗੱਲ ਕਰੀਏ ਤੇ WHO GMP ਸਰਟੀਫਾਈਡ ਪਲਾਂਟ ਅਸੀਂ ਆਪਣੀ ਉਂਗਲੀਆਂ ਤੇ ਗਿਣ ਸਕਦੇ ਹਾਂ। ਜੀ। ਉਹਨਾਂ ਵਿੱਚੋਂ 2 ਝੰਡੂ ਦੇ ਕੋਲ ਹੈਗੇ ਜੀ। ਤੇ that shows our commitment towards transparency, number 1. Number 2, when we go and talk to doctors regarding our products ਤੇ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਇਹ ਜਿਹੜੀ ਦਵਾ ਬਣੀ ਹੈ ਇਹਦੇ ਅੰਦਰ raw material ਤੋਂ ਲੈ ਕੇ ਕਮਰਸ਼ੀਅਲ ਰਿਲੀਜ਼ ਤੱਕ ਕਿਤਨੇ ਟੈਸਟ ਹੋਏ ਨੇ ਜੀ। ਮੂਵਿੰਗ ਫਾਰਵਰਡ ਵੀ ਆਰ ਪਲਾਨਿੰਗ ਕਿ ਅਸੀਂ ਇਸ ਨੂੰ ਹਾਊ ਵੀ ਕੈਨ digitize this entire thing so that on the pack of the medicine, if somebody wants to scan, he would come to know that what are the number of tests and what is the report. Okay, that's so we are trying good. to bring in that level of transparency. Okay. At least we are committed towards it, and if we really want to make Ayurveda grow, I think this is one of the important steps. And I think you have a very bright vision, very ਬਹੁਤ ਦੂਰਗਾਮੀ ਜਿਹਨੂੰ ਕਹਿੰਦੇ ਨਾ, ਤੁਸੀਂ ਪਹਿਲੇ ਸੋਚ ਲੈ ਕੇ ਰੱਖੀ ਹੋਈ ਹੈ। ਪਰ ਫਿਰ ਵੀ ਕਿਉਂਕਿ ਆਯੁਰਵੈਦਿਕ ਨੂੰ ਲੋਕ ਬਹੁਤ ਜ਼ਿਆਦਾ ਹਜੇ ਯੂਜ਼ ਕਰ ਵੀ ਰਹੇ ਨੇ। ਸਾਡਾ ਦੇਸ਼ ਜਿਸ ਤਰ੍ਹਾਂ ਤਰੱਕੀ ਕਰਦਾ ਪਿਆ ਹੈ, ਵੀ ਆਰ ਲਾਰਜੈਸਟ ਗਰੋਇੰਗ ਇਕਨੋਮੀ ਗਲੋਬਲੀ, ਵੀ ਆਰ ਆਲਮੋਸਟ 3rd or 4th right now. So we are on the path of becoming Vishwa Guru. And when it is going to be, Ayurveda will be one of the strongest pillar. ਮੈਂ ਕਈ ਵਾਰੀ ਚਾਈਨਾ ਟਰੈਵਲ ਕੀਤਾ ਹੈ ਤੇ ਅਗਰ ਤੁਸੀਂ ਚਾਈਨਾ 'ਚ ਜਾਓ, ਤੁਸੀਂ ਦੇਖੋ ਤੇ ਉੱਥੇ ਫਾਰਮਾ ਮਾਰਕੀਟ ਬਹੁਤ ਵੱਡਾ ਹੈਗਾ ਜੀ। ਬਿਲਕੁਲ। ਲੇਕਿਨ ਉੱਥੇ ਚਾਈਨੀਜ਼ ਮੈਡੀਸਿਨ ਦਾ ਮਾਰਕੀਟ ਵੀ ਉਤਨਾ ਹੀ ਵੱਡਾ ਹੈ। ਔਰ ਜਿਤਨੀ ਰਿਸਰਚ ਐਲੋਪੈਥ 'ਚ ਹੁੰਦੀ ਹੈ, ਉਤਨੀ ਹੀ ਰਿਸਰਚ ਚਾਈਨੀਜ਼ ਜਿਹੜੇ ਹੈ ਆਪਣੀ ਟ੍ਰੈਡੀਸ਼ਨਲ ਮੈਡੀਸਿਨ ਤੇ ਵੀ ਕਰਦੇ ਨੇ। ਤੇ ਜਦੋਂ ਤੁਸੀਂ ਗਲੋਬਲੀ ਵੈਸਟਰਨ ਕੰਟਰੀਜ਼ ਤੇ ਟਰੈਵਲ ਕਰਦੇ ਹੋ, ਯੂਰਪ ਔਰ US ਔਰ ਕੈਨੇਡਾ ਫॉर दैट मैटर, ਤੁਸੀਂ ਉੱਥੇ ਦੇਖਦੇ ਹੋ ਕਿ Chinese medicines are more accepted and popular as compared to Ayurveda. And then you start thinking, why is that? It is purely because that they are able to research, they are able to produce evidence, and they are able to align their clinical trial with the regulatory bodies in West. And therefore, the perception in Western countries is that these are safe and effective medicines. I think that is the way for us if we really want to take this. क्योंकि अगर ਅਸੀਂ ਇਸ ਤਰ੍ਹਾਂ ਕਰਾਂਗੇ ਤੇ ਆਯੁਰਵੇਦ ਜਦੋਂ ਭਾਰਤ ਦਾ ਗਿਆਨ ਹੈਗਾ, ਜਦੋਂ ਗਿਆਨ ਭਾਰਤ ਦਾ ਐਕਸੈਪਟੇਬਲ ਹੋਏਗਾ ਤੇ ਭਾਰਤ ਦੀ ਇਮੇਜ ਵੀ ਐਕਸੈਪਟੇਬਲ ਹੋਏਗੀ, ਉਸ 'ਚ ਵੀ ਵਾਧਾ ਹੋਏਗਾ। ਹੋਰ ਸਾਡੇ ਲੋਕਾਂ ਦੀ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਜਾਂ ਬਾਹਰ ਰਹਿੰਦੇ ਨੇ ਜਾਂ ਟਰੈਵਲ ਕਰਦੇ ਨੇ, ਉਹਨਾਂ ਦੀ ਆਪਣੀ ਇਮੇਜ 'ਚ ਵੀ ਕਾਫੀ ਜਿਹੜੀ ਹੈ ਉਹ ਬੜੋਤਰੀ ਹੋਏਗੀ ਜੀ। ਸੋ ਦੈਟ ਇਜ਼ ਵਾਟ ਆਈ ਵਾਂਟ ਟੂ ਸੇ, ਐਂਡ ਆਈ ਵਾਂਟ ਟੂ ਥੈਂਕ ਯੂ ਫॉर ਹੈਵਿੰਗ ਮੀ ਔਨ ਯੋਰ ਸ਼ੋ। ਥੈਂਕ ਯੂ ਸੋ ਮਚ। ਬਹੁਤ ਹੀ ਇਤਮਾਨ ਨਾਲ ਗੱਲ ਹੋਈ ਹੈ। ਔਰ ਅਜੀਤਪਾਲ ਸਿੰਘ ਜੀ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਨੇ, ਨਾਲ ਹੀ ਹੈਡ ਨੇ, ਬਿਜ਼ਨਸ ਹੈਡ ਨੇ, ਉਹਨਾਂ ਨੇ ਬਹੁਤ ਹੀ ਐਲੈਬੋਰੇਟ ਸਾਡੇ ਨਾਲ ਗੱਲਬਾਤ ਕੀਤੀ ਹੈ। ਖਾਸ ਕਰਕੇ ਜੇ ਆਯੁਰਵੈਦ ਦੀ ਗੱਲ ਕਰੀਏ ਤਾਂ ਆਯੁਰਵੈਦ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਨਸੈਪਟ ਹੈ। ਨੇਚਰ ਦੀ ਇੱਕ ਰੂਲ ਹੈਗਾ ਕਿ ਨੇਚਰ ਨੇ ਸਾਨੂੰ ਬਹੁਤ ਕੁਝ ਦੇ ਰੱਖਿਆ, ਔਰ ਇਹ ਸਾਰੀਆਂ ਜੜੀ ਬੂਟੀਆਂ ਜਾਂ ਹਰਬਸ ਜਿਹੜੀਆਂ ਮੈਡੀਸਿਨਲ ਵੈਲਿਊ ਰੱਖਦੇ ਨੇ ਜਿਹੜੇ ਪਲਾਂਟਸ, ਉਹ ਸਾਰੇ ਦੇ ਸਾਰੇ ਆਲਰੇਡੀ ਨੇਚਰ ਦਾ ਪਾਰਟ ਨੇ। ਔਰ ਕਹਿੰਦੇ ਕਿ ਕਿਉਂਕਿ ਸਾਡਾ ਸਰੀਰ ਜਿਹੜਾ ਹੈ ਉਹ 5 ਤੱਤਾਂ ਦਾ ਹੀ ਬਣਿਆ ਹੋਇਆ ਹੈ, ਅਸੀਂ ਹਮੇਸ਼ਾ ਕਹਿੰਦੇ ਹਾਂ, ਤੇ ਉਹਦੇ ਵਿੱਚ ਨੇਚਰ ਸਭ ਕੁਝ ਇਨਕਲਕੇਟ ਕਰਦੀ ਹੈ। ਸੋ ਇਹ ਬਹੁਤ ਸਟਰੋਂਗ ਇੱਕ ਲਾਈਨ ਆਫ ਟ੍ਰੀਟਮੈਂਟ ਜਾਂ ਸਟਰੋਂਗ ਕਨਸੈਪਟ ਹੈਗਾ। ਪਰ ਕਿਤੇ ਨਾ ਕਿਤੇ ਸ਼ਾਇਦ ਜਿਹੜੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਜਾਂ ਆਯੁਰਵੈਦ ਦੇ, ਜਿਸ ਤਰੀਕੇ ਨਾਲ ਅਜੀਤਪਾਲ ਸਿੰਘ ਜੀ ਨੇ ਕਿਹਾ ਕਿ ਗੈਪ ਕਿਤੇ ਰਹਿ ਗਿਆ, ਔਰ ਉਹਨਾਂ ਨੇ ਬਹੁਤ ਅੱਛੀ ਇੱਕ ਐਗਜ਼ਾਮਪਲ ਦਿੱਤੀ ਕਿ ਚਾਈਨੀਜ਼ ਥੈਰੇਪੀਜ਼ ਜਾਂ ਜਿਹੜੀਆਂ ਚਾਈਨੀਜ਼ ਮੈਡੀਸਨਸ ਨੇ ਉਹ ਬਹੁਤ ਖਾਸ ਤੌਰ ਤੇ ਪਪੂਲਰ US ਤੱਕ ਵੀ ਤਾਂ ਪਹੁੰਚੇ ਕਿਉਂਕਿ ਉਸ ਤੇ ਰਿਸਰਚ ਐਂਡ ਡਿਵੈਲਪਮੈਂਟ ਜਿਹੜੀ ਹੈ ਉਹ ਪ੍ਰੋਪਰਲੀ ਕੀਤੀ ਜਾਂਦੀ ਹੈ। ਔਰ ਇਮਾਮੀ ਦੀ ਇੱਕ ਕੰਪਨੀ ਜਿਹੜੀ ਕਿ ਹੈਲਥ ਕੇਅਰ ਦੇ ਵਿੱਚ ਆ ਰਹੀ ਹੈ, ਉਹ ਪੂਰੇ ਤਰੀਕੇ ਦੇ ਨਾਲ ਇੱਕ ਪੂਰਾ ਉਹਨਾਂ ਕੋਲ ਬਹੁਤ ਵੱਡਾ ਇੱਕ ਸੈਕਸ਼ਨ ਹੈਗਾ, ਇੱਕ ਬਹੁਤ ਰੇਂਜ ਆਫ ਆਯੁਰਵੈਦ ਐਕਸਪਰਟਸ ਡਾਕਟਰਸ ਨੇ ਜਿਹੜੇ ਇਸ ਤੇ ਰਿਸਰਚ ਐਂਡ ਡਿਵੈਲਪਮੈਂਟ 'ਚ ਲੱਗੇ ਹੋਏ ਨੇ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ।